ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ 12ਵੀਂ ਕਲਾਸ ਦੀ ਕਵਿਤਾ ਗੀਤ ਪੜ੍ਹਾਂਗੇ ਜੋ ਕਿ ਸ਼ਿਵ ਕੁਮਾਰ ਬਟਾਲਵੀ ਦੁਆਰਾ ਲਿਖੀ ਗਈ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ਵਿਰਹਾ ਦਾ ਕਵੀ ਕਿਹਾ ਜਾਂਦਾ ਹੈ। ਆਪ ਨੇ ਆਪਣੀਆਂ ਰਚਨਾਵਾਂ ਵਿੱਚ ਗਮ, ਦਰਦ ਅਤੇ ਵਿਛੋੜੇ ਦੀ ਪੀੜ ਨੂੰ ਵਿਸ਼ੇਸ਼ ਰੂਪ ਵਿੱਚ ਬਿਆਨਿਆ ਹੈ। ਆਪ ਦਾ ਜਨਮ ਬੜਾ ਪਿੰਡ ਲੋਹਟੀਆ ਤਹਿਸੀਲ ਤੇ ਜ਼ਿਲ੍ਹਾ ਸਿਆਲਕੋਟ ਵਿੱਚ 8 ਅਕਤੂਬਰ 1937 ਈਸਵੀ ਨੂੰ ਸ੍ਰੀ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚੋਂ ਅਤੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲੇ ਤੋਂ ਮੈਟ੍ਰਿਕ ਪਾਸ ਕੀਤੀ। ਆਪ ਕਾਲਜ ਦਾਖਲ ਤਾਂ ਹੋਏ ਪਰ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ ਅਤੇ ਪੜ੍ਹਾਈ ਦੇ ਦੌਰਾਨ ਹੀ ਕਵਿਤਾ ਲਿਖਣ ਲੱਗ ਪਏ। ਆਪ ਕੁਝ ਸਮਾਂ ਪਟਵਾਰੀ ਲੱਗੇ ਰਹੇ ਪਰ ਛੇਤੀ ਹੀ ਇਹ ਨੌਕਰੀ ਛੱਡ ਦਿੱਤੀ ਅਤੇ ਫਿਰ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਵਿੱਚ ਲੱਗ ਗਏ। ਪਰੰਤੂ ਆਪ ਦਾ ਰੁਝਾਨ ਕਵਿਤਾ ਲਿਖਣ ਵੱਲ ਹੀ ਰਿਹਾ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦਰਦ, ਵਿਛੋੜੇ, ਗਮ ਅਤੇ ਪੀੜ ਨਾਲ ਭਿੱਜੀ ਹੋਈ ਹੈ। ਆਪ ਨੇ ਵਿਰਹਾ ਦੀ ਪੀੜ ਨੂੰ ਪੇਸ਼ ਕਰਨ ਲਈ ਉਪਮਾ, ਅਲੰਕਾਰ ਲੋਕ ਸੰਸਕ੍ਰਿਤੀ ਵਿੱਚੋਂ ਲਏ ਹਨ। ਆਪ ਦਾ ਬੋਲੀ ਉੱਤੇ ਵਿਸ਼ੇਸ਼ ਕਾਬੂ ਹੈ। ਲੋਕ ਬੋਲੀ ਵਿੱਚੋਂ ਲਏ ਗਏ ਸ਼ਬਦ ਆਪ ਦੀ ਕਵਿਤਾ ਵਿੱਚ ਨਿਵੇਕਲੇ ਅਰਥ ਅਤੇ ਭਾਵ ਪੈਦਾ ਕਰਦੇ ਹਨ। ਗੀਤ ਕਵਿਤਾ ਦਾ ਕੇਂਦਰੀ ਭਾਵ ਹੈ। ਇਹ ਕਵਿਤਾ ਵਿਰਹਾ ਦੇ ਕਵੀ ਵਜੋਂ ਜਾਣੇ ਜਾਂਦੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ। ਇਹ ਕਵਿਤਾ ਆਪਣੀ ਪ੍ਰੇਮਿਕਾ ਦੇ ਵਿਛੋੜੇ ਦੇ ਭਾਵਾਂ ਵਿੱਚ ਡੁੱਬੇ ਹੋਏ ਪ੍ਰੇਮੀ ਦੇ ਗਮ ਅਤੇ ਪੀੜ ਨਾਲ ਭਿੱਜੀ ਹੋਈ ਹੈ। ਕਵੀ ਨੇ ਇਸ ਕਵਿਤਾ ਵਿੱਚ ਵਿਛੋੜੇ ਦੇ ਦਰਦ ਨੂੰ ਬਿਆਨ ਕਰਨ ਲਈ ਲੋਕ ਸੰਸਕ੍ਰਿਤੀ ਵਿੱਚੋਂ ਭੱਠੀ ਵਾਲੀ ਦਾ ਪ੍ਰਤੀਕ ਵਰਤਿਆ ਹੈ ਤੇ ਕਈ ਉਪਮਾ ਅਲੰਕਾਰ ਵਰਤ ਕੇ ਨਿਵੇਕਲੇ ਅਰਥ ਅਤੇ ਭਾਵ ਪੈਦਾ ਕੀਤੇ ਹਨ। ਭੱਠੀ ਵਾਲੀ ਨੂੰ ਸੰਬੋਧਨ ਕਰਦਾ ਹੋਇਆ ਕਵੀ ਉਸ ਨੂੰ ਕਹਿੰਦਾ ਹੈ ਕਿ ਉਹ ਦੁਨੀਆ ਦੀ ਦੌੜ ਵਿੱਚ ਪਛੜ ਗਿਆ ਹੈ ਅਤੇ ਉਸ ਕੋਲ ਹੁਣ ਦੁੱਖਾਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਇਸ ਲਈ ਉਹ ਆਪਣੇ ਉਸ ਦੇ ਦੁੱਖਾਂ ਨੂੰ ਭੱਠੀ ਵਿੱਚ ਭੁੰਨ ਭੁੰਨ ਕੇ ਇੰਨਾ ਤੀਬਰ ਕਰ ਦੇਵੇ ਕਿ ਉਹ ਦੁਨੀਆ ਤੋਂ ਚਲਾ ਜਾਵੇ। ਕਵਿਤਾ ਵਿੱਚ ਕਵੀ ਦੀ ਮੌਤ ਦੀ ਖਾਹਿਸ਼ ਬੜੀ ਸ਼ਿੱਦਤ ਅਤੇ ਸੰਵੇਦਨਸ਼ੀਲ ਢੰਗ ਨਾਲ ਪ੍ਰਗਟ ਹੋਈ ਹੈ। ਬੱਚਿਓ, ਅੱਜ ਦਾ ਭਾੜਾ ਸ਼ਬਦ ਵੀ ਇਸ ਕਵਿਤਾ ਵਿੱਚੋਂ ਲਿਆ ਗਿਆ ਹੈ। ਦੁਧਾਰੂ ਪਸ਼ੂ ਦੀ ਧਾਰ ਕੱਢਣ ਸਮੇਂ ਉਸ ਨੂੰ ਲਾਲਚ ਵਜੋਂ ਜੋ ਆਟਾ, ਸੂੜਾ ਜਾਂ ਖਲ ਪਾਈ ਜਾਂਦੀ ਹੈ ਉਸ ਨੂੰ ਭਾੜਾ ਕਹਿੰਦੇ ਹਨ। ਜਦੋਂ ਮੱਝ ਦਾ ਕੱਟਾ, ਕੱਟੀ ਜਾਂ ਗਾਂ ਦਾ ਬੱਚਾ, ਬੱਚੀ ਮਰ ਜਾਵੇ ਜਾਂ ਉਸ ਤੋਂ ਦੂਰ ਹੋ ਜਾਵੇ ਤਾਂ ਮੱਝ ਦੀ ਧਾਰ ਭਾੜੇ 'ਤੇ ਹੀ ਚੋਣੀ ਪੈਂਦੀ ਹੈ। ਸੋ ਭਾੜੇ ਦਾ ਅਰਥ ਹੈ ਕਿਰਾਇਆ। ਕਿਸੇ ਆਵਾਜਾਈ ਦੇ ਸਾਧਨ 'ਤੇ ਸਫ਼ਰ ਕਰਨ ਬਦਲੇ ਅਸੀਂ ਜੋ ਕਿਰਾਇਆ ਦਿੰਦੇ ਹਾਂ ਉਹ ਭਾੜਾ ਹੀ ਹੁੰਦਾ ਹੈ। ਕਿਰਾਇਆ ਅਤੇ ਭਾੜਾ ਸਮਾਨਾਰਥਕ ਸ਼ਬਦ ਹਨ। ਭੱਠੀ 'ਤੇ ਦਾਣੇ ਭੁੰਨਾਉਣ ਸਮੇਂ ਜੋ ਸਾਡੇ ਦਾਣਿਆਂ ਵਿੱਚੋਂ ਹਿੱਸਾ ਕੱਟ ਲਿਆ ਜਾਂਦਾ ਹੈ ਉਸ ਨੂੰ ਚੁੰਗ ਕਿਹਾ ਜਾਂਦਾ ਹੈ। ਇਹ ਦਾਣਿਆਂ ਜਾਂ ਪੈਸਿਆਂ ਦੇ ਰੂਪ ਵਿੱਚ ਲਿਆ ਜਾਂਦਾ ਹੈ। ਸੋ ਇਹ ਵੀ ਕਿਰਾਇਆ ਜਾਂ ਭਾੜਾ ਹੀ ਹੁੰਦਾ ਹੈ। ਹੁਣ ਅਸੀਂ ਕਵਿਤਾ ਪੜ੍ਹਾਂਗੇ ਬੱਚਿਓ। ਕਵਿਤਾ ਹੈ ਗੀਤ। ਤੈਨੂੰ ਦਇਆ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਭੱਠੀ ਵਾਲੀਏ
ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ। ਪੱਠੀ ਵਾਲੀਏ ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ। ਹੋ ਗਿਆ ਕੁਵੇਲਾ ਮੈਨੂੰ ਟਲ ਗਈਆਂ ਛਾਵਾਂ ਨੀ ਬੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ। ਹੋ ਗਿਆ ਕੁਵੇਲਾ ਮੈਨੂੰ ਟਲ ਗਈਆਂ ਛਾਵਾਂ ਨੀ ਬੇਲਿਆਂ ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ। ਪਾਇਆ ਚਿੜੀਆਂ ਨੇ ਚੀਕ ਚਿਹਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਪੱਠੀ ਵਾਲੀਏ ਚੰਬੇ ਦੀ ਡਾਲੀਏ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ। ਛੇਤੀ ਛੇਤੀ ਕਰੀ ਮੈਂ ਤਾਂ ਜਾਣਾ ਬੜੀ ਦੂਰ ਨੀ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨੀ। ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨੀ। ਉਸ ਪਿੰਡ ਦਾ ਸੁਣੀਂਦਾ ਰਾਹ ਮਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਪੱਠੀ ਵਾਲੀਏ ਚੰਬੇ ਦੀ ਡਾਲੀਏ ਪੀੜਾਂ ਦਾ ਪਰਾਗਾ ਭੁੰਨ ਦੇ। ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ। ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪੀਲੀ ਹੋ ਗਈ। ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪੀਲੀ ਹੋ ਗਈ। ਤੇਰੇ ਸੇਕ ਨੂੰ ਕੀ ਬਚਿਆ ਦੁਗਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਪੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ। ਪੱਠੀ ਵਾਲੀਏ ਲੱਪ ਕੋਏ ਚੁੰਗ ਮੇਰੀ ਮੈਨੂੰ ਪਹਿਲਾਂ ਟੋਰਨੀ ਕੱਚੇ ਕੱਚੇ ਰੱਖ ਨਾਨੀ ਰਾੜ ਤੋੜੇ ਹੋਰ ਨੀ। ਲੱਪ ਕੋਏ ਚੁੰਗ ਮੇਰੀ ਮੈਨੂੰ ਪਹਿਲਾਂ ਟੋਰਨੀ ਕੱਚੇ ਕੱਚੇ ਰੱਖ ਨਾਨੀ ਰਾੜ ਤੋੜੇ ਹੋਰ ਨੀ। ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਪੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ। ਪੱਠੀ ਵਾਲੀਏ ਸੌਂ ਗਈਆਂ ਹਵਾਵਾਂ ਰੋ ਰੋ ਕਰਵਰ ਲਾਪਨੀ ਤਾਰਿਆਂ ਨੂੰ ਚੜ ਗਿਆ ਮੱਠਾ ਮੱਠਾ ਤਾਪਨੀ। ਸੌਂ ਗਈਆਂ ਹਵਾਵਾਂ ਰੋ ਰੋ ਕਰਵਰ ਲਾਪਨੀ ਤਾਰਿਆਂ ਨੂੰ ਚੜ ਗਿਆ ਮੱਠਾ ਮੱਠਾ ਤਾਪਨੀ। ਜੰਝ ਸਾਵਾਂ ਦੀ ਤਾਂ ਰੁੱਸ ਗਿਆ ਲਾੜਾ ਨੀ
ਪੀੜਾਂ ਦਾ ਪਰਾਗਾ ਪੁੰਨ ਦੇ, ਭੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ, ਦੁੱਖਾਂ ਦਾ ਪਰਾਗਾ ਪੁੰਨ ਦੇ, ਭੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ, ਦੁੱਖਾਂ ਦਾ ਪਰਾਗਾ ਪੁੰਨ ਦੇ, ਭੱਠੀ ਵਾਲੀਏ। ਇਸ ਕਵਿਤਾ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਤੇ ਇਸ ਦਾ ਕੇਂਦਰੀ ਭਾਵ ਲਿਖਣਾ ਹੈ। ਧੰਨਵਾਦ।